गुड मॉर्निंग बेटा, मैं मोनिका मेहता साइंस मिस्ट्रेस GSS लोहगढ़। ਤੁਹਾਨੂੰ 9ਵੀਂ ਕਲਾਸ ਨੂੰ ਪਾਠ 5ਵਾਂ ਜੀਵਨ ਦੀ ਮੁੱਢਲੀ ਇਕਾਈ ਸੈੱਲ ਕਰਵਾ ਰਹੇ ਸੀਗੇ। ਠੀਕ ਹੈ, ਉਹਦਾ ਪਾਰਟ ਸੈਕਿੰਡ ਇਹ ਹੈਗਾ। ਪਾਰਟ 2 ਸੈੱਲ ਦੇ ਬਾਰੇ ਕੀਤਾ ਸੀ ਅਸੀਂ ਕਿ ਸੈੱਲ ਪਲਾਜ਼ਮਾ ਮੈਂਬਰੇਨ ਹੁੰਦੀ ਹੈ, ਸਾਈਟੋਪਲਾਜ਼ਮ ਹੁੰਦਾ, ਨਿਊਕਲੀਅਸ ਹੁੰਦਾ ਅਤੇ ਨਿਊਕਲੀਅਸ ਦੇ ਵਿੱਚ DNA ਵਗੈਰਾ ਹੁੰਦਾ ਹੈਗਾ। ਆ ਕੀ ਹੋ ਗਈ? ਪਲਾਜ਼ਮਾ ਝਿੱਲੀ, ਨਿਊਕਲੀਅਰ ਮੈਂਬਰੇਨ, ਸਾਈਟੋਪਲਾਜ਼ਮ, DNA ਵਗੈਰਾ। ਠੀਕ ਹੈ, ਇੱਦਾਂ ਲੇਬਲ ਕਰੋਗੇ ਤੁਸੀਂ। ਹੁਣ ਪਾਰਟ 2 ਦੇ ਵਿੱਚ ਆਪਾਂ ਸੈੱਲ ਦੇ ਨਿੱਕੜੇ ਅੰਗ ਕਰਨ ਲੱਗੇ ਹਾਂ, ਔਰਗਨੈਲਿਜ਼, ਕਿ ਸੈੱਲ ਦੇ ਅੰਦਰ ਹੋਰ ਕੀ ਕੁਛ ਹੁੰਦਾ। ਸੈੱਲ ਇੱਕ ਬਹੁਤ ਗੁੰਝਲਦਾਰ ਹੁੰਦਾ, ਸੰਰਚਨਾ ਹੁੰਦੀ ਹੈ। ਸਭ ਤੋਂ ਪਹਿਲਾਂ ਅਸੀਂ ਪ੍ਰੋਕੈਰੀਓਟਿਕ ਅਤੇ ਯੂਕੈਰੀਓਟਿਕ ਸੈੱਲ ਕੀਤੇ ਸੀ। ਬੈਕਟੀਰੀਆ ਦਾ ਸੈੱਲ ਕੀਤਾ ਸੀ HRNA। ਠੀਕ ਹੈ, ਸਿੱਧਾ ਹੀ ਸਾਈਟੋਪਲਾਜ਼ਮ ਦੇ ਵਿੱਚ ਪਿਆ ਹੈਗਾ। ਪਰ ਯੂਕੈਰੀਓਟਿਕ ਸੈੱਲ ਦੇ ਵਿੱਚ DNA ਪਿਆ ਹੈਗਾ। ਠੀਕ ਹੈ, DNA ਜਿਹੜਾ ਹੈਗਾ ਨਿਊਕਲੀਅਸ ਦੇ ਵਿੱਚ ਪਿਆ ਹੁੰਦਾ ਹੈਗਾ। ਇਸ ਤੋਂ ਬਿਨਾਂ ਯੂਕੈਰੀਓਟਿਕ ਸੈੱਲਾਂ 'ਚ ਹੋਰ ਵੀ ਬਹੁਤ ਕੁਛ ਹੁੰਦਾ ਹੈ, ਜਿਵੇਂ ਐਂਡੋਪਲਾਜ਼ਮਿਕ ਰੈਟੀਕੂਲਮ, ਰਾਈਬੋਸੋਮ, ਗੋਲਜੀ ਬੋਡੀ, ਮਾਈਟੋਕੌਂਡਰੀਆ, ਪਲਾਸਟਿਡ, ਲਾਈਸੋਸੋਮ, ਵੈਕਿਊਲਸ। ਠੀਕ ਹੈ, ਅਸੀਂ ਇਹਨਾਂ ਨੂੰ ਇੱਕ ਇੱਕ ਕਰਕੇ ਪੜ੍ਹਦੇ ਹਾਂ। ਇਹ ਸਾਰੇ ਪਲਾਜ਼ਮਾ ਝਿੱਲੀ ਦੀ ਤਰ੍ਹਾਂ ਤੋਂ ਹੀ ਬਣਦੇ ਹਨ। ਠੀਕ ਹੈ, ਗੋਲਜੀ ਬੋਡੀ, ਐਂਡੋਪਲਾਜ਼ਮਿਕ ਰੈਟੀਕੂਲਮ, ਲਾਈਸੋਸੋਮ, ਮਾਈਟੋਕੌਂਡਰੀਆ, ਪਲਾਸਟਿਡ, ਵੈਕਿਊਲਸ, ਰਸਧਾਨੀਆਂ ਜਿਹਨੂੰ ਕਹਿੰਦੇ ਹਾਂ। ਹਰ ਇੱਕ ਦਾ ਅਲੱਗ ਅਲੱਗ ਕੰਮ ਹੁੰਦਾ ਹੈਗਾ। ਜੋ ਐਂਡੋਪਲਾਜ਼ਮਿਕ ਰੈਟੀਕੂਲਮ ਹੁੰਦੀਆਂ ਇਹ ਕਿਵੇਂ ਬਣੀਆਂ ਹੁੰਦੀਆਂ? ਦੇਖੋ, ਅਸੀਂ ਬਣਾਉਂਦੇ ਹਾਂ, ਨਿਊਕਲੀਅਸ ਹੈ। ਠੀਕ ਹੈ, ਨਿਊਕਲੀਅਰ ਦੀ ਜਿਹੜੀ ਆਊਟਰ ਮੈਂਬਰੇਨ ਹੈ, ਇੱਦਾਂ ਕਰਕੇ ਫੋਲਡ ਦਿਖਾ ਸਕਦੇ ਹੋ ਤੁਸੀਂ। ਇਸ ਤਰ੍ਹਾਂ ਐਂਡੋਪਲਾਜ਼ਮਿਕ ਰੈਟੀਕੂਲਮ ਬਣ ਜਾਂਦੇ ਆ ਚਾਰੇ ਪਾਸੇ। ਇੱਦਾਂ ਨਿਊਕਲੀਅਰ ਦੀ ਜਿਹੜੀ ਆਊਟਰ ਮੈਂਬਰੇਨ ਹੈ ਉਹ ਤੋਂ ਕੀ ਬਣ ਜਾਂਦਾ ਹੈ? ਐਂਡੋਪਲਾਜ਼ਮਿਕ ਰੈਟੀਕੂਲਮ। ਹੁਣ ਐਂਡੋਪਲਾਜ਼ਮਿਕ ਰੈਟੀਕੂਲਮ ਕੀ ਹੈ? ਉਹੀ ਨਿਊਕਲੀਅਰ ਮੈਂਬਰੇਨ ਅਤੇ ਪਲਾਜ਼ਮਾ ਮੈਂਬਰੇਨ ਤੋਂ ਮਿਲ ਕੇ ਬਣਿਆ ਹੋਇਆ ਹੈ, ਇੱਦਾਂ ਕਰਕੇ। ਠੀਕ ਹੈ, ਟਿਊਬਿਊਲਸ ਹੀ ਹੈਗੀਆਂ, ਟਿਊਬ ਲਾਈਕ ਸਟਰਕਚਰਸ ਹੈਗੀਆਂ। ਕਿਤੋਂ ਬਣੀਆਂ? ਸੇਮ ਜਿਵੇਂ ਪਲਾਜ਼ਮਾ ਮੈਂਬਰੇਨ। ਅਗਰ ਇਹਨਾਂ 'ਤੇ ਰਾਈਬੋਸੋਮ ਲੱਗੇ ਹੋਏ ਹੈ ਤਾਂ ਇਹਨਾਂ ਨੂੰ ਕਹਾਂਗੇ ਰਫ ਐਂਡੋਪਲਾਜ਼ਮਿਕ ਰੈਟੀਕੂਲਮ। ਅਗਰ ਰਾਈਬੋਸੋਮ ਨਹੀਂ ਲੱਗੇ ਹੋਏ ਤਾਂ ਇਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਇੱਦਾਂ ਟਿਊਬਿਊਲਸ ਜਿਹੀਆਂ ਬਣਾ ਸਕਦੇ ਹੋ ਤੁਸੀਂ ਅਰਾਊਂਡ ਦੀ ਨਿਊਕਲੀਅਸ, ਸਰਾਊਂਡਿੰਗ ਦੀ ਨਿਊਕਲੀਅਸ। ਸੇਮ ਪਲਾਜ਼ਮਾ ਮੈਂਬਰੇਨ ਅਤੇ ਨਿਊਕਲੀਅਰ ਮੈਂਬਰੇਨ ਤੋਂ ਹੀ ਬਣੀਆਂ ਹੁੰਦੀਆਂ ਹਨ। ਜੇ ਨਹੀਂ ਹੈਗਾ ਤਾਂ ਉਹਨਾਂ ਨੂੰ ਕੀ ਕਹਾਂਗੇ? ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਬੋਲਾਂਗੇ। ਠੀਕ, ਤਾਂ ਇਹਨਾਂ ਦਾ ਕੰਮ ਕੀ ਹੈ? ਇਹਨਾਂ ਦੇ ਰਾਹੀਂ ਸੈੱਲ ਦੇ ਵਿੱਚ ਕੋਈ ਵੀ ਚੀਜ਼ ਅੰਦਰ ਬਾਹਰ ਆ ਸਕਦੀ ਹੈਗੀ ਹੈ, ਪ੍ਰਕਾਸ਼ ਸੰਸਲੇਸ਼ਨ 'ਚ ਸਹਾਇਤਾ ਕਰਨਗੀਆਂ। ਔਰ ਇਹ ਲੰਬੀਆਂ ਟਿਊਬਿਊਲਸ ਹੁੰਦੀਆਂ, ਇਹਨਾਂ 'ਚ ਰਸਾਇਣਿਕ ਪਦਾਰਥ ਭਰੇ ਹੁੰਦੇ ਆ। ਠੀਕ ਹੈ, ਇਹਨਾਂ ਟਿਊਬਿਊਲਸ ਦੇ ਜਦੋਂ ਐਂਡ ਸਵੋਲਨ ਹੋ ਜਾਂਦੇ ਆ ਅਤੇ ਸੈਪਰੇਟ ਹੋ ਜਾਣਗੇ, ਇਹਨਾਂ ਤੋਂ ਅਲੱਗ ਹੋ ਜਾਣਗੇ, ਤਾਂ ਉਹ ਕੀ ਬਣਾਉਂਦੇ ਆ? ਰਸਧਾਨੀਆਂ, ਰਸਧਾਨੀ ਬਣਾਉਣਗੇ, ਜਿਹਦੇ ਵਿੱਚ ਐਂਜ਼ਾਈਮ ਵਗੈਰਾ ਹੁੰਦੇ ਆ, ਜਿਹਦੇ ਨਾਲ ਸੈੱਲ ਦੇ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ ਵਗੈਰਾ ਦਾ ਪਾਚਨ ਕਰਨਗੇ। ਜੋ ਰਸਧਾਨੀ ਹੈ, ਵੈਕਿਊਲਸ ਹੈਗੇ ਆ, ਉਹ ਟਿਊਬਿਊਲਸ ਤੋਂ ਹੀ ਬਣਦੇ ਆ। ਔਰ ਇਹ ਆਇਤਾਕਾਰ ਸੈੱਲ ਦੇ, ਜਿਸ ਤਰ੍ਹਾਂ ਇੱਦਾਂ ਸੈੱਲ ਹੈ, ਅਸੀਂ ਇੱਕ ਰਫ ਸਟਰਕਚਰ ਬਣਾਈਏ ਤਾਂ ਇੱਦਾਂ ਐਂਡੋਪਲਾਜ਼ਮਿਕ ਰੈਟੀਕੂਲਮ ਨਿਊਕਲੀਅਸ ਦੇ ਚਾਰੇ ਪਾਸੇ। ਠੀਕ ਹੈ, ਨਿਊਕਲੀਅਸ ਦੇ ਚਾਰੇ ਪਾਸੇ ਹੋਣਗੀਆਂ। ਅਤੇ ਇਹ ਬਾਹਰ ਕਿਹਦੇ ਨਾਲ ਕਨੈਕਟਡ ਹੁੰਦੀ ਹੈ? ਪਲਾਜ਼ਮਾ ਝਿੱਲੀ ਦੇ ਨਾਲ। ਇੱਥੋਂ ਇਹ ਕੀ ਹੈ? ਪਲਾਜ਼ਮਾ ਮੈਂਬਰੇਨ ਦੇ ਨਾਲ ਕਨੈਕਟਡ ਹੈਗੀ ਹੈ। ਤਾਂ ਇੱਕ ਤਰ੍ਹਾਂ ਦਾ ਐਂਡੋਸਕੈਲਟਨ ਬਣਾ ਰਹੀਆਂ ਹੈਗੀਆਂ ਸੈੱਲ ਨੂੰ। ਐਂਡੋਸਕੈਲਟਨ ਵਿਚਲਾ ਢਾਂਚਾ ਬਣਾ ਰਹੀਆਂ, ਐਂਡੋਸਕੈਲਟਨ ਬਣਾ ਰਹੀਆਂ। ਕੌਣ ਬਣਾ ਰਿਹਾ? ਐਂਡੋਪਲਾਜ਼ਮਿਕ ਰੈਟੀਕੂਲਮ। ਐਂਡੋਪਲਾਜ਼ਮਿਕ ਰੈਟੀਕੂਲਮ ਇੱਕ ਸੈੱਲਾਂ ਦਾ ਢਾਂਚਾ, ਸੈੱਲ ਦੇ ਵਿੱਚ ਟਿਊਬਿਊਲਸ ਦਾ ਢਾਂਚਾ ਬਣਾ ਰਹੀ ਹੈ। ਇਸ ਤਰ੍ਹਾਂ ਸੈੱਲ ਦੀ ਮਤਲਬ ਟਰਬਿਡਿਟੀ ਜਾਂ ਸੈੱਲ ਕੀ ਹੈ? ਸਿੱਧਾ ਖੜਿਆ ਰਹਿੰਦਾ ਹੈਗਾ, ਰਿਜਿਡ ਰਹੇਗਾ। ਔਰ ਅਗਰ ਇਹਨਾਂ ਦੇ ਟਿਊਬਿਊਲਸ 'ਤੇ ਇੱਥੇ ਰਾਈਬੋਸੋਮ ਲੱਗੇ ਆ ਤਾਂ ਇਹਨਾਂ ਨੂੰ ਰਫ
एंडोप्लाज्मिक रेटिकुलम कहना, अगर टब्यूल समूथ है तो उन्होंने समूथ एंडोप्लाज्मिक रेटिकुलम कहना है। हुण ये राही चर्बी वगैरह के अणु की है, प्रोटीन वगैरह प्लाज्मा झिल्ली तो सैल के अंदर आते जाते हैं, और ये हारमोनस वगैरह भी सकरीट करदियाँ हैगियां। ਇਹਦੇ ਵਿੱਚ ਚਰਬੀ ਅਤੇ ਪ੍ਰੋਟੀਨਸ ਨੂੰ ਪਾਚਨ ਕਰਨ ਦੇ ਐਂਜ਼ਾਈਮ ਵਗੈਰਾ ਭਰੇ ਹੁੰਦੇ ਆ ਜਾਲ ਰੂਪ ਦੇ ਵਿੱਚ, ਔਰ ਪ੍ਰੋਟੀਨ ਦੀ ਨੂੰ ਇੱਕ ਸੈੱਲ ਤੋਂ ਦੂਸਰੇ ਸੈੱਲ 'ਚ ਠੀਕ ਹੈ ਟਰਾਂਸਪੋਰਟ ਕਰਦੀਆਂ, ਢੋਆ ਢੁਆਈ ਦਾ ਕੰਮ ਕਰਦੀਆਂ ਹੈ, ਔਰ ਸੈੱਲ ਨੂੰ ਜੈਵਿਕ ਕਿਰਿਆਵਾਂ ਲਈ ਸੱਤਾ ਮੁਹੱਈਆ ਕਰਦੀਆਂ ਹਨ। ਠੀਕ ਆ, ਅਤੇ बस इदा ही है। गोल्जी अपरेटस जो है कैमिलो गोल्जी ने दसिया, ये भी एक एंडोप्लाज्मिक रेटिकुलम का जोड़ा मतलब एक वो बन गया, इनू पूरे नू कह दें असी गोल्जी अपरेटस बोल दें, एक नू की कहांगे एंडोप्लाज्मिक रेटिकुलम बोलते है। तो ये राही उही प्रोटीन चर्बी पदार्थों की दा अंदर बाहर आना जाना सैल दे विच जो है गोल्जी अपरेटस राही हुंदा है। और जड़ियाँ असीं हुणी कीतियां इदां इहदियां टब्यूल्स फुल गईयां इहदे विच एंजाइम्स, ठीक है, टब्यूल्स दे विच इन्हां नूं असीं की कहने आ लाइसोसोम्स च कैमिकल सकरीट हुंदे हैगे आ, और इन्हां नूं आत्मघत्या दीआं पोटलियां जां सुसाइडल बैग भी कहने आ। ਜਦੋਂ ਕਿਸੇ ਸੈੱਲ ਦਾ ਕੋਈ ਵੀ ਅੰਗ ਖਰਾਬ ਹੋ ਜਾਂਦਾ ਹੈ, ਇਹਨਾਂ ਨੂੰ ਛੋਟੇ ਅੰਗ ਜਾਂ ਔਰਗੇਨੇਲਿਸ ਕਹਿੰਦੇ ਆ, ਨਿੱਕੜੇ ਅੰਗ, ਤਾਂ ਇਹ ਲਾਈਸੋਸੋਮ ਉੱਥੇ ਇਕੱਠੀਆਂ ਹੋ ਜਾਣਗੀਆਂ, ਕਿਸੇ ਵੀ ਡੈਮੇਜਡ ਔਰਗੇਨੈਲੀ ਨੂੰ ਕੀ ਕਰਨਗੀਆਂ, ਡਾਈਜੈਸਟ ਕਰ ਦੇਣਗੀਆਂ। ਜਾਂ ਕੋਈ ਸੈੱਲ ਖਰਾਬ ਹੋ ਗਿਆ ਤਾਂ ਸਾਰੇ ਲਾਈਸੋਸੋਮ ਫਟ ਜਾਣਗੀਆਂ, ਸੈੱਲ ਦੇ ਵਿਚਲਾ ਮਟੀਰੀਅਲ ਨੂੰ ਕੀ ਹੈ ਖਾ ਜਾਣਗੀਆਂ ਫੈਗੋਸਾਈਟੋਸਿਸ ਰਾਹੀਂ। ਤਾਂ ਇਹਨਾਂ ਨੂੰ ਆਤਮਘੱਤਿਆ ਦੀਆਂ ਪੋਟਲੀਆਂ ਜਾਂ ਸੁਸਾਈਡਲ ਬੈਗ ਵੀ ਕਹਿੰਦੇ ਆ। ਕਿਹਨਾਂ ਨੂੰ? ਲਾਈਸੋਸੋਮਸ ਨੂੰ। ਇਹਨਾਂ ਦੇ ਵਿੱਚ ਕੈਮੀਕਲਸ ਭਰੇ ਹੁੰਦੇ ਆ ਜਿਹੜੇ ਕਿ ਸੈੱਲ ਨੂੰ ਦੇ ਵਿਚਲੀਆਂ ਔਰਗੇਨੈਲਿਸ ਨੂੰ ਡਾਈਜੈਸਟ ਕਰਕੇ ਖਤਮ ਕਰਦੇ ਹੈਗੇ ਆ। ਠੀਕ ਹੈ, ਲਿਖਿਆ ਹੋਇਆ ਲਾਈਸੋਸੋਮ ਦੇ ਵਿੱਚ ਪਾਚਨ ਐਂਜ਼ਾਈਮ ਭਰੇ ਹੁੰਦੇ ਆ ਜਿਹੜੇ ਕਿ ਸੈੱਲਾਂ ਦੀ ਟੁੱਟ ਭੱਜ ਜਾਂ ਕੋਈ ਸੈੱਲ ਡੈਮੇਜ ਹੈਗਾ ਉਹਨਾਂ ਨੂੰ ਮਤਲਬ ਖਤਮ ਕਰਨ ਦਾ ਕੰਮ ਕਰਦੇ ਹਨ। ਉਸ ਤੋਂ ਬਾਅਦ ਆ ਕੈਮਿਲੋ ਗੋਲਜੀ ਨੇ ਗੋਲਜੀ ਆਪਰੇਟਸ ਦੀ ਇਹਦੇ ਬਾਰੇ ਥੋੜ੍ਹੀ ਹਿਸਟਰੀ ਦੱਸੀ ਹੈਗੀ ਆ। ਠੀਕ ਹੈ, ਇਹ ਤੁਸੀਂ ਆਪਣੇ ਆਪ ਪੜ੍ਹ ਸਕਦੇ ਹੋ। ਦੈਨ ਕਮ ਟੂ ਦੀ ਮਾਈਟੋਕੌਂਡਰੀਆ। ਸੈੱਲਾਂ ਦੇ ਵਿੱਚ ਇੱਦਾਂ ਮਾਈਟੋਕੌਂਡਰੀਆ ਹੁੰਦੇ ਆ, ਪਲਾਜ਼ਮਾ ਮੈਂਬਰਨ ਦੀ ਤਰ੍ਹਾਂ ਹੀ ਬਣੇ। ਇਹਨਾਂ ਦੀ ਇਨਰ ਵਾਲ ਕਿਆ ਹੁੰਦੀ ਹੈ, ਫੋਲਡਡ ਹੁੰਦੀ ਹੈ। ਇੱਦਾਂ ਫੋਲਡਿੰਗ ਬਣਾ ਸਕਦੇ ਹੋ। ਇਨਰ ਵਾਲ ਕਿਆ ਹੈ, ਫੋਲਡਡ ਹੁੰਦੀ ਹੈ। ਠੀਕ ਹੈ, ਇਹਨਾਂ ਦੇ ਵਿੱਚ ਆਪਣਾ DNA ਪਿਆ ਹੁੰਦਾ, ਇਹਦੇ ਵਿੱਚ ਆਪਣਾ DNA ਪਿਆ ਹੁੰਦਾ। ਇਹ ਮਾਈਟੋਕੌਂਡਰੀਆ ਦੇ ਵਿੱਚ ਗਲੂਕੋਜ਼ ਜੋ ਹੈ ਆਕਸੀਜਨ ਦੇ ਨਾਲ ਕਿਰਿਆ ਕਰਕੇ ਕਾਰਬਨ ਡਾਈਆਕਸਾਈਡ, ਵਾਟਰ ਐਂਡ ATP ਐਨਰਜੀ ਪ੍ਰੋਡਿਊਸ ਹੁੰਦੀ ਹੈ। ATP ਮੀਨਸ ਐਨਰਜੀ ਕਰੰਸੀ ਹੈਗੀ ਹੈ। ਅਡੀਨੋਸਿਨ ਟਰਾਈ ਫੋਸਫੇਟ, ਤਾਂ ਇਸ ਰੂਪ 'ਚ ਐਨਰਜੀ ਜੋ ਹੈ ਲਿਬਰੇਟ ਹੁੰਦੀ ਹੈ। ਔਰ ਇਹ ਕੀ ਹੋ ਗਈ, ਇੰਟਰਨਲ ਰੈਸਪੀਰੇਸ਼ਨ ਹੋ ਗਈ, ਇੰਟਰਨਲ ਸਾਹ ਕਿਰਿਆ ਹੋ ਗਈ, ਸਾਹ ਕਿਰਿਆ ਅੰਦਰੂਨੀ ਸਾਹ ਕਿਰਿਆ ਹੋ ਗਈ। ਉਹ ਕਿੱਥੇ ਹੁੰਦੀ ਆ, ਮਾਈਟੋਕੌਂਡਰੀਆ ਦੇ ਵਿੱਚ, ਕਿਉਂਕਿ ਊਰਜਾ ਪੈਦਾ ਹੁੰਦੀ ਹੈ ਤਾਂ ਕਰਕੇ ਇਹਨਾਂ ਨੂੰ ਪਾਵਰ ਹਾਊਸ ਆਫ ਦੀ ਸੈੱਲ ਕਿਹਾ ਜਾਂਦਾ ਹੈਗਾ, ਸ਼ਕਤੀ ਘਰ ਕਿਹਾ ਜਾਂਦਾ ਕਿਹਨਾਂ ਨੂੰ, ਮਾਈਟੋਕੌਂਡਰੀਆ ਨੂੰ। ਠੀਕ ਹੈ, ATP ਦੇ ਬਾਰੇ ਦੱਸਦਾ ਤੁਹਾਨੂੰ, ਊਰਜਾ ਪੈਦਾ ਹੁੰਦੀ ਆ ਅੰਦਰੂਨੀ, ਇਹਦੇ ਵਿੱਚ ਆਪਣਾ DNA ਰਾਈਬੋਸੋਮਸ ਹੁੰਦੇ ਆ, ਤਾਂ ਕਰਕੇ ਇਹ ਆਟੋਨੋਮਸ ਬੋਡੀ ਹੈਗੀ ਆ। ਆਪਣਾ ਮਤਲਬ ਇਹਦਾ DNA ਸੈਮੀ ਖੁਦ ਇਹਨੂੰ ਗਾਈਡ ਕਰਦਾ ਹੈਗਾ। ਠੀਕ ਆ, ਦੈਨ ਪਲਾਸਟਿਡ ਹੈਗੇ ਆ ਜਿਹੜੇ ਪੌਦੇ ਹੁੰਦੇ ਆ, ਪੌਦਿਆਂ ਦੇ ਵਿੱਚ ਕਲੋਰੋਪਲਾਸਟ ਹੁੰਦੇ ਆ ਇੱਦਾਂ ਡਬਲ ਲੇਅਰ, ਅਤੇ ਇੱਥੇ ਇਹਨਾਂ ਨੂੰ ਗ੍ਰੈਨਾ ਕਹਾਂਗੇ। ਥੈਲਾਕੋਇਡਸ ਦਾ ਇੱਦਾਂ ਢੇਰ ਪਿਆ ਹੁੰਦਾ।
ਔਰ ਥੈਲਾਕੋਇਡਸ ਮਿਲ ਕੇ ਕੀ ਬਣਾਉਂਦੇ ਹੈਗੇ ਆ, ਗ੍ਰੈਨਾ ਬਣਾਉਣਗੇ। ਕਲੋਰੋਪਲਾਸਟ ਦੇ ਵਿੱਚ ਇਹਦੇ ਮੈਟ੍ਰਿਕਸ ਨੂੰ ਸਟ੍ਰੋਮਾ ਕਹਿੰਦੇ ਆ, ਸਾਈਟੋਪਲਾਜ਼ਮ ਨੂੰ ਸਟ੍ਰੋਮਾ ਕਹਿੰਦੇ ਆ। ਇਹਦੇ ਵਿੱਚ ਵੀ ਆਪਣਾ DNA ਹੁੰਦਾ ਹੈ, ਇਹ ਵੀ ਸੈਮੀ ਆਟੋਨੋਮਸ ਬੋਡੀ ਹੈ। ਔਰ ਇਹ ਕਲੋਰੋਫਿਲ ਇਹਨਾਂ ਦੇ ਵਿੱਚ ਕਲੋਰੋਪਲਾਸਟ ਵਗੈਰਾ ਮੌਜੂਦ ਹੁੰਦਾ, ਕਲੋਰੋਪਲਾਸਟ ਮੌਜੂਦ ਹੁੰਦਾ। ਔਰ ਜਿਸ ਕਰਕੇ ਇਹਨਾਂ ਦਾ ਰੰਗ ਕੀ ਹੁੰਦਾ, ਹਰਾ ਹੁੰਦਾ। ਔਰ ਇਹ ਫੋਟੋਸਿੰਥੇਸਿਸ ਪ੍ਰਕਾਸ਼ ਸੰਸਲੇਸ਼ਨ ਕਿਰਿਆ ਕਰ ਸਕਦੇ ਆ। ਠੀਕ ਹੈ, ਫੋਟੋਸਿੰਥੇਸਿਸ ਰਿਐਕਸ਼ਨ ਸੇਮ ਓਪੋਜ਼ਿਟ ਹੈ ਸਾਹ ਕਿਰਿਆ ਦੇ। ਵਾਟਰ ਗਲੂਕੋਜ਼ ਬਣ ਗਿਆ, ਉਹ ਸਟਾਰਚ ਦੇ ਰੂਪ 'ਚ ਸੈੱਲਾਂ ਦੇ ਵਿੱਚ ਆਕਸੀਜਨ ਲਿਬਰੇਟ ਹੁੰਦੀ ਹੈ ਅਤੇ ਐਨਰਜੀ ਕੀ ਹੈ, ਯੂਜ਼ ਹੁੰਦੀ ਹੈਗੀ ਹੈ। ਤਾਂ ਇੱਦਾਂ ਸਾਡਾ ਜਿਹੜੇ ਹੈਗੇ ਪਲਾਸਟਿਡ ਅਤੇ ਮਾਈਟੋਕੌਂਡਰੀਆ ਕੰਮ ਕਰਦੇ ਆ। ਪਲਾਸਟਿਡਸ ਸਿਰਫ ਪਲਾਂਟ ਸੈੱਲਾਂ 'ਚ ਹੀ ਹੁੰਦੇ ਆ, ਜਿਵੇਂ ਕਈ ਤਰ੍ਹਾਂ ਦੇ ਲਿਊਕੋਪਲਾਸਟ ਹੈ, ਕਲਰਫੁੱਲ ਹੋਣਗੇ। ਠੀਕ ਹੈ, ਰੈੱਡ ਕਲਰ ਦੇ, ਹਰ ਇੱਕ ਫਰੂਟਸ ਦੇ ਅਲੱਗ ਅਲੱਗ ਕਲਰਸ ਹੁੰਦੇ ਆ। ਤਾਂ ਇਹਨਾਂ ਦੇ ਜਿਸ ਤਰ੍ਹਾਂ ਟਮੈਟੋ ਦੇ ਵਿੱਚ ਲਿਊਕੋਪਲਾਸਟ ਵਗੈਰਾ ਦੇ ਐਂਜ਼ਾਈਮ ਹੁੰਦੇ ਆ, ਤਾਂ ਉਹਨਾਂ ਦੇ ਆਪਣੇ ਕਲਰ ਹੁੰਦੇ ਆ। ਹੁਣ ਅੱਗੇ ਕੁਐਸਚਨ ਹੈਗੇ ਆ, ਕੋਈ ਜੈਨੇਟਿਕ ਮਟੀਰੀਅਲ ਦੱਸੋ, ਉਹ ਔਰਗੇਨੈਲਿਸ ਦੱਸੋ ਜਿਨ੍ਹਾਂ ਦੇ ਵਿੱਚ ਆਪਣਾ DNA ਹੁੰਦਾ। ਇੱਕ ਤਾਂ ਆ ਜੂਗਾ ਆਨਸਰ ਮਾਈਟੋਕੌਂਡਰੀਆ ਦੇ ਵਿੱਚ ਖੁਦ ਦਾ DNA ਹੁੰਦਾ। ਇੱਕ ਕਲੋਰੋਪਲਾਸਟ ਦੇ ਵਿੱਚ ਵੀ ਖੁਦ ਦਾ DNA ਹੁੰਦਾ ਅਤੇ ਇਹਨਾਂ ਨੂੰ ਸੈਮੀ ਆਟੋਨੋਮਸ ਬੋਡੀਜ਼ ਕਹਿੰਦੇ ਆ। ਜੇਕਰ ਕਿਸੇ ਸੈੱਲ ਦਾ ਸੰਗਠਨ ਕਿਸੇ ਭੌਤਿਕ ਜਾਂ ਰਸਾਇਣਿਕ ਪ੍ਰਭਾਵ ਨਾਲ ਨਸ਼ਟ ਤਾਂ ਕੀ ਹੋਵੇਗਾ। ਅਗਰ ਸੈੱਲ ਮਤਲਬ ਕੰਮ ਕਰਨਾ ਬੰਦ ਕਰ ਦੇ ਤਾਂ ਲਾਈਸੋਸੋਮ ਉਹਨੂੰ ਕੀ ਕਰਨਗੇ, ਡਾਇਜੈਸਟ ਕਰਨਗੇ। ਠੀਕ ਹੈ, ਸੈੱਲ ਦੇ ਫੰਕਸ਼ਨਸ ਖਰਾਬ ਹੋ ਜਾਣਗੇ। ਅਗਲਾ ਕੁਐਸਚਨ ਵੀ ਲਾਈਸੋਸੋਮ ਨੂੰ ਆਤਮ ਹੱਤਿਆ ਦੀ, ਉਸ ਸੈੱਲ ਦੇ ਜਿਹੜੀਆਂ ਆਰਗੇਨੈਲਿਜ਼ ਆ ਉਹਨਾਂ ਨੂੰ ਲਾਈਸੋਸੋਮ ਕੀ ਕਰਨਗੀਆਂ, ਖਾ ਜਾਣਗੀਆਂ, ਡਾਇਜੈਸਟ ਕਰ ਦੇਣਗੀਆਂ ਇੰਟਰਨਲੀ। ਇੱਦਾਂ ਇਹਨਾਂ ਨੂੰ ਆਤਮ ਹੱਤਿਆ ਦੀਆਂ ਪੋਟਲੀਆਂ ਕਹਿੰਦੇ ਹਨ। ਸੈੱਲ ਦੇ ਅੰਦਰ ਪ੍ਰੋਟੀਨ ਦਾ ਸੰਸਲੇਸ਼ਨ ਕਿੱਥੇ ਹੁੰਦਾ ਹੈ, ਉਹਦੇ ਉੱਤੇ। ਠੀਕ ਹੈ, ਰਾਈਬੋਸੋਮ ਜਿਹੜੇ ਹੈਗੇ ਆ ਇੱਦਾਂ mRNA 'ਤੇ ਲੱਗ ਜਾਂਦੇ ਆ, ਰਾਈਬੋਸੋਮ ਹੁੰਦੇ ਆ। ਰਾਈਬੋਸੋਮਸ ਦਾ ਕੰਮ ਪ੍ਰੋਟੀਨ ਬਣਾਉਣਾ ਹੈਗਾ, ਪ੍ਰੋਟੀਨ ਅਮਾਈਨੋ ਐਸਿਡ ਨੂੰ ਇਕੱਠੇ ਕਰਕੇ ਜੋੜਨਾ ਅਤੇ ਪ੍ਰੋਟੀਨ ਬਣਾਉਣ ਦਾ ਕੰਮ ਹੁੰਦਾ। ਰਾਈਬੋਸੋਮ ਚੇਨ ਦੇ ਰੂਪ 'ਚ ਵੀ ਹੁੰਦੇ ਆ, mRNA ਦੇ ਉੱਤੇ ਲੱਗ ਕੇ ਜਾਂ ਅਲੱਗ ਅਲੱਗ ਵੀ ਪਏ ਹੁੰਦੇ ਇੱਦਾਂ। ਠੀਕ ਹੈ, ਸੈੱਲ ਦੇ ਵਿੱਚ। ਤਾਂ ਸੈੱਲ ਦੇ ਵਿੱਚ ਹੀ ਜਿਸ ਤਰ੍ਹਾਂ ਅਸੀਂ ਇੱਕ ਅਮੀਬਾ ਦੇਖਦੇ ਹਾਂ, ਅਮੀਬਾ ਦੇ ਵਿੱਚ ਨਿਊਕਲੀਅਸ ਹੈ, DNA ਹੈ। ਇਹਦੇ ਰਾਹੀਂ ਫੂਡ ਜਾਏਗਾ ਫੈਗੋਸਾਈਟੋਸਿਸ ਰਾਹੀਂ ਔਰ ਪਲਾਜ਼ਮਾ ਸੈੱਲ ਰਾਹੀਂ ਹੀ ਬਾਹਰ ਨਿਕਲੇਗਾ ਮਲ ਤਿਆਗ ਵਗੈਰਾ। ਆਕਸੀਜਨ ਅੰਦਰ ਜਾਏਗੀ, ਕਾਰਬਨ ਡਾਈਆਕਸਾਈਡ ਬਾਹਰ ਨਿਕਲੇਗੀ। ਤਾਂ ਇੱਕ ਸੈੱਲ ਹੀ ਸਾਰੀਆਂ ਕਿਰਿਆਵਾਂ ਕਰਦਾ ਹੈ, ਤਾਂ ਕਰਕੇ ਸੈੱਲਾਂ ਨੂੰ ਰਚਨਾਤਮਕ ਅਤੇ ਕਿਰਿਆਤਮਕ ਇਕਾਈ ਕਿਹਾ ਜਾਂਦਾ ਹੈਗਾ। ਉਸ ਤੋਂ ਬਾਅਦ ਸੈੱਲਾਂ ਦੇ ਵਿੱਚ ਸੈੱਲ ਡਿਵੀਜ਼ਨ ਵੀ ਹੁੰਦੀ ਹੈਗੀ ਹੈ। ਠੀਕ ਹੈ, ਇੱਕ ਸੈੱਲ ਹੈ ਉਹਦੇ ਵਿੱਚ DNA ਜੋ ਹੈ ਕ੍ਰੋਮੋਸੋਮਸ ਦੇ ਰੂਪ 'ਚ ਹੋ ਗਿਆ। ਤਾਂ ਮੰਨ ਲਓ ਅਸੀਂ 4 ਲਏ ਹੈ ਕ੍ਰੋਮੋਸੋਮ। ਠੀਕ ਹੈ, ਤਾਂ 2 1 'ਚ ਚਲੇ ਜਾਣਗੇ। ਠੀਕ ਹੈ, ਸ਼ੁਰੂ 'ਚ ਅਸੀਂ ਕੀ ਦਿਖਾਇਆ ਹੈਗਾ, ਇੱਕ ਸੈੱਲ ਦਿਖਾਇਆ, ਇਹਦੇ ਵਿੱਚ 4 ਕ੍ਰੋਮੋਸੋਮ ਹੈ, 2 1 'ਚ ਚਲੇ ਗਏ, 2 1 'ਚ ਉਦੋਂ ਬਾਅਦ ਇਹ ਸੈਪਰੇਟ ਹੋ ਗਏ। ਠੀਕ ਹੈ, ਤਾਂ ਹਰ ਇੱਕ ਦੇ ਵਿੱਚ ਕੀ ਹੈ, ਇੱਥੇ ਕਿੰਨੇ ਸੀ 4N ਸੀ ਤਾਂ 2N ਰਹਿ ਗਏ। ਐਗ ਅਤੇ ਸਪਰਮ ਇੱਦਾਂ ਪ੍ਰੋਡਿਊਸ ਹੁੰਦੇ ਆ। ਇਸ ਡਿਵੀਜ਼ਨ ਨੂੰ ਕੀ ਕਹਿੰਦੇ ਆ, ਮਾਈਟੋਸਿਸ ਕਹਿੰਦੇ ਆ। ਮੀਨਜ਼ ਇੱਕ ਸੈੱਲ ਦਾ 2 ਹਿੱਸਿਆਂ 'ਚ ਵਿਭਾਜਨ ਹੋ ਜਾਣਾ ਤਾਂ ਸੈੱਲ ਡਿਵੀਜ਼ਨ ਮਾਈਟੋਸਿਸ ਅਤੇ ਮੇਓਸਿਸ ਰਾਹੀਂ। ਜੋ ਮਾਈਟੋਸਿਸ ਹੈ ਉਹ ਸਾਡੇ ਕਾਇਆ ਸੈੱਲਾਂ ਦੇ ਵਿੱਚ ਹੁੰਦੀ ਹੈ। ਮਾਈਟੋਸਿਸ ਸੈੱਲ ਡਿਵੀਜ਼ਨ ਜੋ ਹੈ ਕਾਇਆ ਸੈੱਲਾਂ 'ਚ ਹੋਏਗੀ। ਔਰ ਮਾਇਓਸਿਸ ਜਿਹੜੀ ਹੈਗੀ ਆ ਉਹ ਮਾਇਓਸਿਸ ਜਿਹੜੀ ਹੈ ਸਾਡੇ ਜਣਨ ਸੈੱਲਾਂ 'ਚ ਹੁੰਦੀ ਹੈ। ਇਹਦੇ ਨਾਲ ਅੰਡਾ ਅਤੇ ਸ਼ੁਕਰਾਣੂ ਬਣਦੇ ਹੈਗੇ ਆ, ਸ਼ੁਕਰਾਣੂ ਬਣੇਗਾ। ਠੀਕ ਹੈ, ਕਾਇਆ ਸੈੱਲਾਂ 'ਚ ਕ੍ਰੋਮੋਸੋਮ ਦੀ ਗਿਣਤੀ ਓਨੀ ਰਹਿੰਦੀ ਹੈ, ਪਰ ਜਣਨ ਸੈੱਲਾਂ 'ਚ ਜਦੋਂ ਸੈੱਲ ਡਿਵੀਜ਼ਨ ਹੁੰਦੀ ਹੈ ਮਾਇਓਸਿਸ, ਤਾਂ ਅੰਡੇ ਅਤੇ ਸ਼ੁਕਰਾਣੂ 'ਚ ਕ੍ਰੋਮੋਸੋਮ ਦੀ ਗਿਣਤੀ ਅੱਧੀ ਹੋ ਜਾਂਦੀ ਹੈ। ਜਦੋਂ ਅੰਡਾ ਸ਼ੁਕਰਾਣੂ ਨਾਲ ਮਿਲਦਾ ਫਿਰ ਡਬਲ ਹੋ ਜਾਣਗੇ ਤਾਂ ਅਸੀਂ ਡਿਪਲੋਇਡ ਹੁੰਦੇ ਹਾਂ। ਠੀਕ ਹੈ, ਇਹ ਸੈੱਲ ਡਿਵੀਜ਼ਨ ਦਾ ਬਸ ਇੰਨਾ ਹੀ ਕਰਨਾ। ਮਾਈਟੋਸਿਸ ਜੋ ਹੈ ਕਾਇਆ ਸੈੱਲਾਂ 'ਚ ਹੁੰਦੀ ਹੈ, ਕਾਇਆ ਸੈੱਲਾਂ 'ਚ। ਔਰ ਮਾਇਓਸਿਸ ਕਿੱਥੇ ਹੁੰਦੀ ਹੈ, ਜਣਨ ਸੈੱਲਾਂ 'ਚ।
ਮਿਓਸਿਸ ਦੇ ਨਾਲ 2n ਤੋਂ n ਨੰਬਰ ਕ੍ਰੋਮੋਸੋਮਸ ਰਹਿ ਜਾਂਦਾ। ਇਹਦੇ ਵਿੱਚ ਸੇਮ ਨੰਬਰ ਆਫ ਕ੍ਰੋਮੋਸੋਮਸ ਰਹਿੰਦੇ ਆ। ਅਸੀਂ ਡਿਪਲੋਇਡ ਇੰਡੀਵਿਜੂਅਲ ਹੁੰਦੇ ਹਾਂ। ਤਾਂ ਇੱਕ ਨਿਊਕਲੀਅਸ ਸਾਡਾ ਐਗ ਤੋਂ ਆਉਂਦਾ, ਅੰਡੇ ਤੋਂ। ਦੂਸਰਾ ਨਿਊਕਲੀਅਸ ਕੀ ਹੈ, ਸ਼ੁਕਰਾਣੂ ਤੋਂ ਆਏਗਾ, ਸਪਰਮ ਤੋਂ। ਫਿਰ ਇਹਨਾਂ ਦੇ ਫਰਟੀਲਾਈਜੇਸ਼ਨ ਦੇ ਨਾਲ, ਸੰਯੋਜਨ ਦੇ ਨਾਲ ਅਸੀਂ ਕੀ ਬਣ ਜਾਂਦੇ ਹਾਂ, 2n ਡਿਪਲੋਇਡ। ਅਗਲੀ ਪੀੜ੍ਹੀ ਬਣੇਗੀ ਇੱਦਾਂ, ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਕ੍ਰੋਮੋਸੋਮਸ ਦੀ ਗਿਣਤੀ ਮੇਨਟੇਨ ਰਹਿੰਦੀ ਹੈਗੀ ਹੈ। ਠੀਕ ਹੈ ਬੇਟਾ, ਇਹ ਸੀਗਾ ਤੁਹਾਡਾ ਸੈੱਲ ਦੁਆਰਾ। ਇੰਨਾ ਕੁ ਕਰੋ ਬਸ। ਪਲਾਜ਼ਮਾ ਮੈਂਬਰੇਨ ਹੈ, ਨਿਊਕਲੀਅਰ ਮੈਂਬਰੇਨ ਹੈ, DNA ਪਿਆ, ਸਾਈਟੋਪਲਾਜ਼ਮ ਹੈ ਜਿਹਨੂੰ ਸੈੱਲ ਦਰਵ ਕਹਿੰਦੇ ਆ। ਠੀਕ ਹੈ, ਇਹ ਸਿੰਪਲ ਸਟਰਕਚਰ ਹੈ। ਇਸ ਤੋਂ ਬਿਨਾਂ ਇਹਦੇ ਵਿੱਚ ਕਲੋਰੋਪਲਾਸਟ ਹੋ ਸਕਦੇ ਆ ਸੈੱਲ ਦੇ ਵਿੱਚ, ਕਲੋਰੋਪਲਾਸਟ, ਮਾਈਟੋਕੌਂਡਰੀਆ, ਐਂਡੋਪਲਾਜ਼ਮਿਕ ਰੈਟੀਕੂਲਮ। ਠੀਕ ਹੈ, ਗੋਲਜੀ ਅਪਰੇਟਸ ਹੁੰਦਾ, ਰਾਈਬੋਸੋਮਸ ਹੁੰਦੇ ਆ, ਪ੍ਰੋਟੀਨ ਸਿੰਥੇਸਿਸ ਕਰਦੇ ਹੈਗੇ ਆ। ਲਾਈਸੋਸੋਮਸ ਹੋਣਗੀਆਂ ਵਿਦ ਦੀ ਡਾਇਗਰਾਮ, ਵੈਲ ਲੇਬਲ ਡਾਇਗਰਾਮ। ਪਲਾਂਟਸ ਅਤੇ ਐਨੀਮਲ ਸੈੱਲ ਦੇ ਵਿੱਚ ਡਿਫਰੈਂਸ ਕਰ ਲਓ। ਪ੍ਰੋਕੈਰੀਓਟਿਕ ਸੈੱਲ ਅਤੇ ਯੂਕੈਰੀਓਟਿਕ ਸੈੱਲ 'ਚ ਕੀ ਡਿਫਰੈਂਸ ਹੈ, ਔਰ ਕਿਹੜੀਆਂ ਔਰਗੇਨੈਲਿਜ਼ ਨਿੱਕੜੇ ਅੰਗ ਹੁੰਦੇ ਆ ਅਤੇ ਉਹਨਾਂ ਦੇ ਕੀ ਕਾਰਜ ਹਨ। ਠੀਕ ਹੈ, ਇਹ ਸਾਰਾ ਇਸ ਲੈਸਨ 'ਚ ਇਹਨੂੰ ਵਿਜ਼ੂਅਲਾਈਜ਼ ਕਰਕੇ ਵੀ ਤੁਸੀਂ ਕਰ ਸਕਦੇ ਹੋ। ਨੈਕਸਟ ਜਦੋਂ ਅਸੀਂ ਕੁਐਸਚਨ ਡਿਸਕਸ ਕਰਾਂਗੇ ਤਾਂ ਨੈਕਸਟ ਵੀ ਵਿਲ ਡੂ the questions and diagram more. Now you have to make the diagram of the animal and plant cell. Thank you for watching the